ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਨੈਂਸੀ ਪੈਲੋਸੀ ਦੇ ਦਫ਼ਤਰ ਦੀ ਭੰਨਤੋੜ ਕਰਨ ਵਾਲਾ ਪ੍ਰਦਰਸ਼ਨਕਾਰੀ ਹੋਇਆ ਗਿਰਫਤਾਰ। 8 ਮਿਲੀਅਨ ਅਮਰੀਕਾ ਵਾਸੀ ਪ੍ਰੀਪੇਡ ਡੈਬਿਟ ਕਾਰਡ ਰਾਹੀਂ ਪ੍ਰਾਪਤ ਕਰਨਗੇ ਕਰੋਨਾ ਸਹਾਇਤਾ ਰਾਸ਼ੀ। कोरोना कारण यूके ਦੇ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਹੋਇਆ ਅਸਥਾਈ ਤੌਰ ਤੇ ਬੰਦ। ਵੈਕਸੀਨ ਨੂੰ ਲੈ ਕੇ WHO ਨੇ ਕੀਤੀ ਅਮੀਰ ਦੇਸ਼ਾਂ ਦੀ ਖਿਚਾਈ। ਅਸਤੀਫਾ ਨਾ ਦੇਣ ਤੇ ਟਰੰਪ ਖਿਲਾਫ ਲਿਆਂਦਾ ਜਾਵੇਗਾ ਮਹਾਦੋਸ਼ ਪੈਲੋਸੀ। ਟਰੰਪ ਅਮਰੀਕੀ ਇਤਿਹਾਸ ਦੇ ਸਭ ਤੋਂ ਅਯੋਗ ਰਾਸ਼ਟਰਪਤੀ ਬਾਈਡਨ। ਬਰਤਾਨੀਆ ਦੇ 100 ਸੰਸਦ ਮੈਂਬਰਾਂ ਨੇ ਬੋਰਿਸ ਜੌਨਸਨ ਕੋਲ ਕਿਸਾਨਾਂ ਦਾ ਚੁੱਕਿਆ ਮੁੱਦਾ। ਬਾਈਡਨ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਉੱਤਰ ਕੋਰੀਆ ਦੀ ਵੱਡੀ ਚੁਣੌਤੀ। ਕਿਮ ਯੋਂਗ ਨੇ ਅਮਰੀਕਾ ਨੂੰ ਦੱਸਿਆ ਸਭ ਤੋਂ ਵੱਡਾ ਦੁਸ਼ਮਣ। ਨਿੱਕੀ ਹੇਲੀ ਨੇ ਸੰਸਦ ਤੇ ਹੋਏ ਹਮਲੇ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੀਤੀ ਨਿੰਦਾ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। FBI ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਦੀ ਭੀੜ ਦੁਆਰਾ ਰਾਜਧਾਨੀ ਉੱਤੇ ਕੀਤੇ ਹਿੰਸਕ ਹਮਲੇ ਦੇ ਦੌਰਾਨ ਇੱਕ ਫੋਟੋ ਰਾਹੀਂ ਸਾਹਮਣੇ ਆਏ ਹਾਊਸ ਸਪੀਕਰ ਨੈਂਸੀ ਪੈਲੋਸੀ ਦੇ ਦਫ਼ਤਰ 'ਚ ਡੈਸਕ ਤੇ ਬੈਠੇ ਹੋਏ ਇੱਕ ਅਰਕਨਾਸ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। FBI ਲਿਟਲ ਰੌਕ ਦੇ ਬੁਲਾਰੇ ਕਨੌਰ ਹੇਗਨ ਨੇ ਦੱਸਿਆ ਕਿ ਫੋਟੋ ਵਿਚਲੇ ਰਿਚਰਡ ਬਾਰਨੇਟ ਨਾਮ ਦੇ ਇਸ ਆਦਮੀ ਨੇ ਅਰਕਨਸਾਸ ਦੇ ਵੈਂਟਨਵਿਲ 'ਚ ਵੈਂਟੀ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਿੱਚ ਆਪਣੇ ਆਪ ਨੂੰ FBI ਏਜੰਟ ਦੇ ਸਪੁਰਦ ਕੀਤਾ ਹੈ ਅਤੇ ਬਾਰਨੇਟ ਨੂੰ ਅਰਕਨਸਾਸ ਵਿੱਚ ਫਾਈਟਵਿਲੇ ਨੇੜੇ ਵਾਸ਼ਿੰਗਟਨ ਕਾਉਂਟੀ ਨਜ਼ਰਬੰਦੀ ਕੇਂਦਰ ਦੀ ਕੈਦ ਵਿੱਚ ਭੇਜਿਆ ਗਿਆ ਹੈ। ਵਾਸ਼ਿੰਗਟਨ ਦੇ ਇੱਕ ਵਕੀਲ ਕੇਨ ਕੋਹਲ ਅਨੁਸਾਰ ਬਾਰਨੇਟ ਉੱਤੇ ਪੈਲੋਸੀ ਦੇ ਦਫ਼ਤਰ ਵਿੱਚ ਦਾਖਲ ਹੋਣ ਲਈ ਦੋਸ਼ ਲਗਾਇਆ ਗਿਆ, ਜਿੱਥੇ ਉਸਨੇ ਇੱਕ ਨੋਟ ਛੱਡਣ ਦੇ ਨਾਲ ਕੁਝ ਮੇਲਾਂ ਨੂੰ ਵੀ ਹਟਾ ਦਿੱਤਾ ਸੀ। 60 ਸਾਲਾ ਬਾਰਨੇਟ ਨੂੰ 3 ਸੰਗੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਵਿੱਚ ਬਿਨਾਂ ਅਧਿਕਾਰ ਦੇ ਇੱਕ ਸੀਮਤ ਇਮਾਰਤ 'ਚ ਦਾਖਲ ਹੋਣ, ਕੈਪੀਟਲ ਦੇ ਮੈਦਾਨਾਂ ਵਿੱਚ ਹਿੰਸਕ ਪ੍ਰਵੇਸ਼ ਤੇ ਵਿਘਨ ਪਾਉਣਾ ਅਤੇ ਜਨਤਕ ਜਾਇਦਾਦ ਜਾਂ ਰਿਕਾਰਡਾਂ ਦੀ ਚੋਰੀ ਕਰਨ ਦੇ ਦੋਸ਼ ਸ਼ਾਮਲ ਨੇ। ਜੇਕਰ ਇਹ ਵਿਅਕਤੀ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਸੰਘੀ ਜੇਲ੍ਹ ਵਿੱਚ 1 ਸਾਲ ਤੱਕ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗ੍ਰਿਫਤਾਰ ਕੀਤਾ ਗਿਆ ਟਰੰਪ ਹਮਾਇਤੀ ਬਾਰਨੇਟ ਉੱਤਰ ਪੱਛਮੀ ਅਰਕਨਸਾਸ ਵਿੱਚ ਇੱਕ ਛੋਟਾ ਸ਼ਹਿਰ ਗ੍ਰੈਵੇਟ ਤੋਂ ਹੈ ਅਤੇ ਸੋਸ਼ਲ ਮੀਡੀਆ ਤੇ ਉਸਨੇ ਆਪਣੀ ਪਛਾਣ ਟਰੰਪ ਦੇ ਸਮਰਥਕ ਵਜੋਂ ਕੀਤੀ ਹੈ। ਅਮਰੀਕਾ ਦੀ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਆਰਥਿਕ ਸਹਾਇਤਾ ਲਈ ਪਾਸ ਕੀਤੀ ਸਹਾਇਤਾ ਰਾਸ਼ੀ ਦਾ ਭੁਗਤਾਨ ਕਰਨਾ ਜਾਰੀ ਹੈ। ਇਸੇ ਸੰਬੰਧ ਵਿੱਚ ਵਿੱਤੀ ਸੰਸਥਾ IRS ਅਨੁਸਾਰ ਤਕਰੀਬਨ 8 ਮਿਲੀਅਨ ਪ੍ਰੀਪੇਡ ਵੀਜ਼ਾ ਡੈਬਿਟ ਕਾਰਡ ਜੋ ਕਿ ਸਹਾਇਤਾ ਅਦਾਇਗੀ ਨਾਲ ਭਰੇ ਹੋਏ ਹਨ, ਲੋਕਾਂ ਨੂੰ ਡਾਕ ਰਾਹੀਂ ਭੇਜੇ ਜਾ ਰਹੇ ਹਨ। ਏਜੰਸੀ ਅਨੁਸਾਰ ਜੇ ਫੰਡ ਕਿਸੇ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਜਮ੍ਹਾਂ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਨੂੰ ਡਾਕ ਵਾਲੇ ਲਿਫਾਫਿਆਂ ਦਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਇਸ ਤੋਂ ਪਹਿਲਾਂ ਕੁਝ ਲੋਕਾਂ ਨੇ ਪਹਿਲੇ ਗੇੜ ਦੀ ਰਾਸ਼ੀ ਨਾਲ ਭਰੇ ਪ੍ਰੀਪੇਡ ਡੈਬਿਟ ਕਾਰਡਾਂ ਨੂੰ ਰੱਦ ਕਰ ਦਿੱਤਾ। ਉਸ ਸਮੇਂ ਵਿਭਾਗ ਵੱਲੋਂ ਲਿਫਾਫਿਆਂ ਨੂੰ ਸਪਸ਼ਟ ਤੌਰ ਤੇ IRS ਦਾ ਖਜ਼ਾਨਾ ਵਿਭਾਗ ਤੋਂ ਆਉਣ ਦੇ ਤੌਰ ਤੇ ਨਹੀਂ ਦਰਸਾਇਆ ਸੀ, ਪਰ ਹੁਣ $600 ਦੀ ਅਦਾਇਗੀ ਵਾਲੇ ਡੈਬਿਟ ਕਾਰਡ ਚਿੱਟੇ ਲਿਫਾਫੇ ਵਿੱਚ ਖਜ਼ਾਨਾ ਵਿਭਾਗ ਨੂੰ ਪ੍ਰਦਰਸ਼ਿਤ ਕਰਦੀ ਮੋਹਰ ਨਾਲ ਭੇਜੇ ਜਾਣਗੇ। IRS ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਕੋਲ ਭੁਗਤਾਨ ਲਈ ਯੋਗ ਜ਼ਿਆਦਾਤਰ ਲੋਕਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਨਹੀਂ ਹੈ, ਇਸ ਲਈ ਇਹਨਾਂ ਲੱਖਾਂ ਘਰਾਂ ਨੂੰ ਪੇਪਰ ਚੈੱਕ ਦੇ ਨਾਲ ਪ੍ਰੀਪੇਡ ਡੈਬਿਟ ਕਾਰਡ ਵੀ ਭੇਜੇ ਜਾ ਰਹੇ ਹਨ। ਇਸ ਸੰਬੰਧੀ IRS ਅਤੇ ਖਜ਼ਾਨਾ ਵਿਭਾਗ ਨੇ ਉਹਨਾਂ ਲੋਕਾਂ ਨੂੰ ਆਪਣੀ ਡਾਕ ਨਾਲ ਵੇਖਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੇ ਇਸ ਮਿਆਦ ਦੌਰਾਨ ਅਜੇ ਤੱਕ ਸਿੱਧੀ ਰਕਮ ਪ੍ਰਾਪਤ ਨਹੀਂ ਕੀਤੀ। ਯੂਕੇ ਦੇ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਨੂੰ ਕਰੋਨਾ ਵਾਇਰਸ ਕਾਰਨ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਨਤੀਜੇ ਵਜੋਂ ਇਸ ਦੇ ਨਜ਼ਰਬੰਦੀਆਂ ਨੂੰ ਇੱਕ ਹੋਰ ਨਜ਼ਰਬੰਦੀ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਗ੍ਰਹਿ ਦਫ਼ਤਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਗੈਟਵਿਕ ਹਵਾਈ ਅੱਡੇ ਨੇੜੇ ਬਰੂਕ ਹਾਊਸ ਰਿਮੂਵਲ ਕੇਂਦਰ ਦੇ ਸਟਾਫ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਕਾਰਨ ਇਸ ਨੂੰ 10 ਦਿਨਾਂ ਤੱਕ ਬੰਦ ਕੀਤਾ ਗਿਆ ਹੈ। ਇਸ ਕੇਂਦਰ ਵਿੱਚ ਹਿਰਾਸਤ 'ਚ ਲਏ ਗਏ ਥੋੜੇ ਜਿਹੇ ਲੋਕਾਂ ਨੂੰ 40 ਮੀਲ ਦੀ ਦੂਰੀ ਤੇ ਕੋਲਨ ਬਰੂਕ ਨਜ਼ਰਬੰਦੀ ਕੇਂਦਰ ਭੇਜਿਆ ਗਿਆ ਹੈ, ਪਰ ਕੁਝ ਮੁਹਿੰਮਕਾਰਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ। ਇਸ ਤਰ੍ਹਾਂ ਕੋਲਨ ਬਰੂਕ ਵਿੱਚ ਰੱਖੇ ਗਏ ਹਰ ਵਿਅਕਤੀ ਦੀ ਜ਼ਿੰਦਗੀ ਨੂੰ ਵੀ ਖਤਰਾ ਹੋ ਸਕਦਾ ਹੈ। ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਬਰੂਕ ਹਾਊਸ ਤੋਂ ਤਬਦੀਲੀ ਵੇਲੇ ਨਜ਼ਰਬੰਦੀਆਂ ਦਾ ਟੈਸਟ ਹੋਇਆ ਸੀ ਜਾਂ ਨਹੀਂ। ਤਕਰੀਬਨ 1 ਮਹੀਨਾ ਪਹਿਲਾਂ ਬਰੂਕ ਹਾਊਸ ਕੇਂਦਰ ਨੂੰ ਕਰੋਨਾ ਕੇਂਦਰ ਮੰਨਿਆ ਗਿਆ ਸੀ ਅਤੇ ਗ੍ਰਹਿ ਦਫ਼ਤਰ ਨੂੰ ਕਈ ਦੇਸ਼ ਨਿਕਾਲੇ ਦਾ ਹੁਕਮਾਂ ਨੂੰ ਰੱਦ ਕਰਨਾ ਪਿਆ ਸੀ, ਜਦਕਿ ਵਕੀਲਾਂ ਅਤੇ ਚੈਰਿਟੀਜ਼ ਨੇ ਸਾਰੇ ਨਜ਼ਰਬੰਦ ਵਿਅਕਤੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਅਮੀਰ ਦੇਸ਼ਾਂ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਉਹ ਗਰੀਬ ਅਤੇ ਸਭ ਤੋਂ ਜ਼ਿਆਦਾ ਪਛੜੇ ਹੋਏ ਦੇਸ਼ਾਂ ਤੱਕ ਇਸ ਵੈਕਸੀਨ ਨੂੰ ਪਹੁੰਚਾਉਣ ਵਿੱਚ ਮਦਦ ਕਰਨ। WHO ਦੇ ਪ੍ਰਮੁੱਖ
ਟੈਡਰੋਸ ਅਧਨੋਮ ਗੈਬਰੀਏਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੈਕਸੀਨ ਨਿਰਮਾਤਾ ਕੰਪਨੀਆਂ ਅਤੇ ਅਮੀਰ ਦੇਸ਼ ਵੈਕਸੀਨ ਨੂੰ ਲੈ ਕੇ ਦੋ ਪੱਖੀ ਸੌਦੇ ਕਰਨਾ ਬੰਦ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਬਣਾਉਣ ਅਤੇ ਇਸ ਦੀ ਸਮਾਨ ਵੰਡ ਤੇ ਜ਼ੋਰ ਦੇਣ। ਸ਼੍ਰੀ ਗੈਬਰੀਏਸਸ ਨੇ ਜਨੀਵਾ ਵਿੱਚ ਪੱਤਰਕਾਰ ਸੰਮੇਲਨ ਵਿੱਚ ਕਿਹਾ, WHO ਦੇ ਵੈਕਸੀਨ ਵੰਡ ਤੰਤਰ ਕੋਵੈਕਸ ਨੇ ਵੈਕਸੀਨ ਦੀਆਂ 2 ਕਰੋੜ ਖੁਰਾਕਾਂ ਦਾ ਕੰਟਰੈਕਟ ਕੀਤਾ ਹੈ, ਪਰ ਅਮੀਰ ਦੇਸ਼ ਦੇ ਦੋ ਪੱਖੀ ਸੌਦੇ ਕਰਕੇ ਵੈਕਸੀਨ ਦੀ ਸਪਲਾਈ ਕਰ ਰਹੇ ਨੇ। ਮੈਂ ਉਹਨਾਂ ਦੇਸ਼ਾਂ ਨੂੰ ਅਪੀਲ ਕਰਦਾ ਹਾਂ ਜਿਨ੍ਹਾਂ ਕੋਲ ਜ਼ਿਆਦਾ ਮਾਤਰਾ ਵਿੱਚ ਵੈਕਸੀਨ ਉਪਲਬਧ ਹੈ, ਉਹ ਤੁਰੰਤ ਕੋਵੈਕਸ ਨੂੰ ਵੀ ਵੈਕਸੀਨ ਉਪਲਬਧ ਕਰਵਾਉਣ। ਹੁਣ ਤੱਕ 42 ਦੇਸ਼ਾਂ ਨੇ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵਿੱਚ 36 ਉੱਚ ਕਮਾਈ ਅਤੇ 6 ਘੱਟ ਕਮਾਈ ਵਾਲੇ ਦੇਸ਼ ਸ਼ਾਮਲ ਹਨ। ਅਮੀਰ ਦੇਸ਼ਾਂ ਨੇ ਸ਼ੁਰੂਆਤ ਵਿੱਚ ਹੀ ਕਈ ਟੀਕੇ ਖਰੀਦੇ ਨੇ। ਇਸ ਨਾਲ ਸੰਭਾਵਿਕ ਰੂਪ ਨਾਲ ਸਾਰਿਆਂ ਲਈ ਵੈਕਸੀਨ ਦੀ ਕੀਮਤ ਵੱਧ ਜਾਵੇਗੀ, ਜਿਸ ਨਾਲ ਸਭ ਤੋਂ ਗਰੀਬ ਅਤੇ ਪਛੜੇ ਦੇਸ਼ਾਂ ਨੂੰ ਵੈਕਸੀਨ ਨਹੀਂ ਮਿਲ ਸਕੇਗੀ। ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰੰਤ ਅਸਤੀਫਾ ਨਾ ਦਿੱਤਾ ਤਾਂ ਹਾਊਸ ਭੀੜ ਨੂੰ US ਕੈਪੀਟਲ ਵਿੱਚ ਵੜ ਕੇ ਹੁੜਦੰਗ ਮਚਾਉਣ ਲਈ ਭੜਕਾਉਣ ਦੇ ਦੋਸ਼ ਹੇਠ ਉਨ੍ਹਾਂ ਖਿਲਾਫ ਮਹਾਦੋਸ਼ ਦਾ ਪ੍ਰਸਤਾਵ ਲਿਆਉਣ ਦੀ ਪ੍ਰਕਿਰਿਆ ਵੱਲ ਵਧੇਗਾ। ਟਰੰਪ 3 ਨਵੰਬਰ ਨੂੰ ਹੋਈਆਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਹਾਰ ਗਏ ਸਨ। ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਜੋ ਬਾਈਡਨ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਹਾਲਾਂਕਿ ਪੈਲੋਸੀ ਤੇ ਡੈਮੋਕ੍ਰੇਟਾਂ ਦਾ ਮੰਨਣਾ ਹੈ ਕਿ ਟਰੰਪ ਦੇ ਸਮਰਥਕਾਂ ਵੱਲੋਂ ਬੁੱਧਵਾਰ ਨੂੰ US ਕੈਪੀਟਲ ਵਿੱਚ ਵੜ ਕੇ ਕੀਤੀ ਗਈ ਹਿੰਸਾ ਦੀ ਘਟਨਾ ਤੋਂ ਬਾਅਦ ਟਰੰਪ ਨੂੰ ਤੁਰੰਤ ਪ੍ਰਭਾਵ ਤੋਂ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਉਧਰ ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰੈਮਿਲਾ ਜੈਮਪਾਲ ਨੇ ਕਿਹਾ ਕਿ ਮਹਾਦੇਸ਼ ਦੀ ਪ੍ਰਕਿਰਿਆ ਤੁਰੰਤ ਆਰੰਭੀ ਜਾਵੇ, ਇਸ ਨੂੰ ਹੁਣੇ ਸ਼ੁਰੂ ਕੀਤਾ ਜਾਵੇ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਅਯੋਗ ਰਾਸ਼ਟਰਪਤੀ ਸਾਬਤ ਹੋਏ ਨੇ। ਟਰੰਪ ਖਿਲਾਫ ਮਹਾਦੋਸ਼ ਲਾਉਣ ਜਾਂ ਉਹਨਾਂ ਦੇ ਕਾਰਜਕਾਲ ਦੇ ਬਚੇ ਹੋਏ 12 ਦਿਨਾਂ ਤੋਂ ਪਹਿਲਾਂ ਉਹਨਾਂ ਦੇ ਅਹੁਦੇ ਤੋਂ ਹਟਾਉਣ ਸੰਬੰਧੀ ਸਵਾਲ ਤੇ ਬਾਈਡਨ ਨੇ ਕਿਹਾ ਕਿ 20 ਜਨਵਰੀ ਨੂੰ ਮੇਰੇ ਵੱਲੋਂ ਅਹੁਦਾ ਸੰਭਾਲਣਾ ਹੀ ਟਰੰਪ ਨੂੰ ਹਟਾਉਣ ਦਾ ਸਭ ਤੋਂ ਸੁਖਾਲਾ ਤਰੀਕਾ ਹੈ। ਬਾਈਡਨ ਨੇ ਡੇਲਾਵੇਅਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ 1 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਟਰੰਪ ਇਸ ਅਹੁਦੇ ਦੇ ਕਾਬਿਲ ਨਹੀਂ ਨੇ। ਉਹ ਅਮਰੀਕੀ ਇਤਿਹਾਸ ਦੇ ਸਭ ਤੋਂ ਅਯੋਗ ਰਾਸ਼ਟਰਪਤੀ ਹਨ। ਮੈਂ ਟਰੰਪ ਸੰਬੰਧੀ ਜਿੰਨਾ ਸੋਚਿਆ ਸੀ ਉਸ ਸਭ ਤੋਂ ਵੀ ਕਿਤੇ ਅੱਗੇ ਨਿਕਲੇ। ਬਾਈਡਨ ਨੇ ਕਿਹਾ ਕਿ ਟਰੰਪ ਕਾਰਨ ਦੇਸ਼ ਨੂੰ ਅਤੇ ਸਾਨੂੰ ਪੂਰੀ ਦੁਨੀਆ ਵਿੱਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਉਹ ਇਸ ਅਹੁਦੇ ਤੇ ਬਣੇ ਰਹਿਣ ਦੇ ਯੋਗ ਨਹੀਂ ਨੇ। ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਸਰਬੀਨਾ ਸਿੰਘ ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਲਈ ਵਾਈਟ ਹਾਊਸ 'ਚ ਡਿਪਟੀ ਪ੍ਰੈਸ ਸਕੱਤਰ ਵਜੋਂ ਆਪਣੀ ਸੇਵਾ ਨਿਭਾਏਗੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਅਤੇ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸੱਤਾ ਤਬਦੀਲ ਦਲ ਨੇ ਇਹ ਐਲਾਨ ਕੀਤਾ। ਸਿੰਘ ਬਾਈਡਨ ਹੈਰਿਸ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਮਲਾ ਹੈਰਿਸ ਦੀ ਪ੍ਰੈਸ ਸਕੱਤਰ ਸੀ। ਇਸ ਤੋਂ ਪਹਿਲਾਂ ਉਹ ਮਾਈਕ ਬਲੂਮਬਰਗ ਅਤੇ ਕੌਰੀ ਬੁਰਕ ਦੇ ਰਾਸ਼ਟਰਪਤੀ ਅਹੁਦੇ ਸੰਬੰਧੀ ਮੁਹਿੰਮ ਲਈ ਸੀਨੀਅਰ ਬੁਲਾਰੇ ਅਤੇ ਨੈਸ਼ਨਲ ਪ੍ਰੈਸ ਸਕੱਤਰ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਕਈ ਹੋਰ ਮਹੱਤਵਪੂਰਨ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੀ ਹੈ। ਸੱਤਾ ਤਬਦੀਲ ਦਲ ਦੇ ਵਾਈਟ ਹਾਊਸ 'ਚ ਉਪ ਰਾਸ਼ਟਰਪਤੀ ਕਾਰਜਕਾਲ ਲਈ ਕਈ ਅਹਿਮ ਨਿਯੁਕਤੀਆਂ ਦੇ ਐਲਾਨ ਤਹਿਤ ਉਹਨਾਂ ਨੂੰ ਨਾਮਜ਼ਦ ਕੀਤਾ। ਬਾਈਡਨ ਅਤੇ ਹੈਰਿਸ 20 ਜਨਵਰੀ ਨੂੰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਹੁਦਿਆਂ ਲਈ ਸਹੁੰ ਚੱਕਣਗੇ। ਸਿੰਘ ਇੰਡੀਆ ਲੀਗ ਆਫ ਅਮਰੀਕਾ ਦੇ ਸਰਦਾਰ ਜੇ ਸਿੰਘ ਦੀ ਪੋਤੀ ਹੈ। ਸਾਲ 1940 'ਚ ਸਰਦਾਰ ਨੇ ਆਪਣੇ ਸਾਥੀ ਭਾਰਤੀਆਂ ਨਾਲ ਮਿਲ ਕੇ ਅਮਰੀਕਾ ਦੀ ਨਸਲੀ ਵਿਤਕਰੇ ਵਾਲੀਆਂ ਨੀਤੀਆਂ ਵਿਰੁੱਧ ਰਾਸ਼ਟਰੀ ਵਪਾਰੀ ਮੁਹਿੰਮ ਚਲਾਈ ਸੀ। ਇਸ ਤੋਂ ਬਾਅਦ ਉਸ ਵੇਲੇ ਦੇ ਰਾਸ਼ਟਰਪਤੀ ਹੈਰਿਸ ਟਰੂਮੈਨ ਨੇ 2 ਜੁਲਾਈ 1946 ਨੂੰ ਲੂਸ ਸੈਲਰ ਕਾਨੂੰਨ ਬਣਾਇਆ ਸੀ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ਨੀਵਾਰ ਨੂੰ ਆਸਟ੍ਰੇਲੀਆ, ਕੈਨੇਡਾ ਤੇ ਯੂਨਾਈਟਿਡ ਕਿੰਗਡਮ ਦੇ ਵਿਦੇਸ਼ ਮੰਤਰੀਆਂ ਦੇ ਨਾਲ ਹਾਂਗਕਾਂਗ ਵਿੱਚ 55 ਸਿਆਸਤਦਾਨਾਂ ਤੇ ਕਾਰਕੁਨਾਂ ਦੀ ਮੁਹਿੰਮ ਗ੍ਰਿਫਤਾਰੀ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ। ਉਹਨਾਂ ਨੇ ਚੀਨੀ ਅਧਿਕਾਰੀਆਂ ਨੂੰ ਖੇਤਰ ਵਿੱਚ ਲੋਕਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਆਜ਼ਾਦੀ ਦਾ ਸਨਮਾਨ ਕਰਨ ਲਈ ਕਿਹਾ ਹੈ। ਇਸ ਸੰਯੁਕਤ ਬਿਆਨ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਆਸਟ੍ਰੇਲੀਆ, ਕੈਨੇਡਾ ਤੇ ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਮੰਤਰੀਆਂ ਨੇ ਹਾਂਗਕਾਂਗ ਵਿੱਚ 55 ਸਿਆਸਤਦਾਨਾਂ ਤੇ ਕਾਰਕੁਨਾਂ ਦੀ ਸਮੂਹਿਕ ਗ੍ਰਿਫਤਾਰੀ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪਿਛਲੇ ਸਾਲ 1 ਜੁਲਾਈ ਨੂੰ ਹਾਂਗਕਾਂਗ ਵਿੱਚ ਲਾਗੂ ਕੀਤਾ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ ਚੀਨ ਬ੍ਰਿਟਿਸ਼ ਸੰਯੁਕਤ ਘੋਸ਼ਣਾ ਦੀ ਸਪਸ਼ਟ ਉਲੰਘਣਾ ਹੈ ਅਤੇ ਇੱਕ ਦੇਸ਼ ਦੋ ਵਿਵਸਥਾਵਾਂ ਦੇ ਢਾਂਚੇ ਨੂੰ ਕਮਜ਼ੋਰ ਕਰਦਾ ਹੈ। ਸੰਯੁਕਤ ਬਿਆਨ ਵਿੱਚ ਕਿਹਾ ਗਿਆ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਨੇ ਲੋਕਾਂ ਨੂੰ ਅਧਿਕਾਰਾਂ ਤੇ ਅੰਕੁਸ਼ ਲਗਾਇਆ ਹੈ ਅਤੇ ਇਸ ਦੀ ਵਰਤੋਂ ਹਾਂਗਕਾਂਗ ਦੇ ਲੋਕਾਂ ਦੀ ਆਜ਼ਾਦੀ ਨੂੰ ਖਤਮ ਕਰਨ ਦੇ ਲਈ ਕੀਤੀ ਜਾ ਰਹੀ ਹੈ। 50 ਤੋਂ ਵੱਧ ਵਿਰੋਧੀ ਧਿਰਾਂ ਦੇ ਸਾਂਸਦ ਅਤੇ ਕਾਰਕੁਨਾਂ ਨੂੰ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਹਾਂਗਕਾਂਗ ਵਿੱਚ ਗ੍ਰਿਫਤਾਰ ਮਨੁੱਖੀ ਅਧਿਕਾਰ ਮਾਮਲਿਆਂ ਦੇ ਅਮਰੀਕੀ ਵਕੀਲ ਜੌਨ ਕਲਿੰਸੀ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜੌਨ ਨੂੰ ਲੋਕਤੰਤਰ ਕਾਰਕੁਨਾਂ ਅਤੇ ਸਮਰਥਕਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਹਾਂਗਕਾਂਗ ਵਿੱਚ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ 53 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਵਿੱਚ ਜੌਨ ਕਲਿੰਸੀ ਵੀ ਸ਼ਾਮਲ ਸਨ। ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਸਾਰਿਆਂ ਤੇ ਪਿਛਲੇ ਸਾਲ ਸਰਕਾਰ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਅਤੇ ਰਾਜ ਦੇ ਖਿਲਾਫ ਕੰਮ ਕਰਨ ਦਾ ਦੋਸ਼ ਹੈ।
ਜੌਨ ਕਲੈਂਸੀ ਇੱਥੇ ਲਾਅ ਫਰਮ ਵਿੱਚ ਕੰਮ ਕਰਦੇ ਹਨ। ਇੱਥੇ ਦੱਸ ਦਈਏ ਕਿ ਹਾਂਗਕਾਂਗ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਹੋਣ ਦੇ ਵਿਰੋਧ ਵਿੱਚ ਲੋਕਤੰਤਰ ਸਮਰਥਕਾਂ ਨੇ ਜ਼ਬਰਦਸਤ ਅੰਦੋਲਨ ਚਲਾਇਆ। ਸਰਕਾਰ ਦੇ ਵਿਰੋਧ ਵਿੱਚ ਪਿਛਲੇ ਸਾਲ ਭਾਰੀ ਅੰਦੋਲਨ ਚੱਲਦਾ ਰਿਹਾ। ਇਸ ਅੰਦੋਲਨ ਵਿੱਚ ਕਲੈਂਸੀ ਦੀ ਸਰਗਰਮ ਭੂਮਿਕਾ ਰਹੀ। ਲੋਕਤੰਤਰ ਸਮਰਥਕਾਂ ਨੇ ਇਸ ਅੰਦੋਲਨ ਵਿੱਚ ਉਹ ਰਾਜਨੀਤਿਕ ਸੰਗਠਨ ਦੇ ਖਜ਼ਾਨਚੀ ਹਨ। ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਸੰਬੰਧੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ 100 ਸੰਸਦ ਮੈਂਬਰਾਂ ਤੇ ਲਾਡਾਂ ਦੇ ਹਸਤਾਖਰਾਂ ਵਾਲੇ ਪੱਤਰ ਭੇਜਿਆ ਹੈ। ਇਨ੍ਹਾਂ ਐਮਪੀਜ਼ ਨੇ ਬੋਰਿਸ ਜੌਨਸਨ ਨੂੰ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਤਾਕਤ ਦੀ ਵਰਤੋਂ ਦੇ ਕੇ ਉਹ ਫਿਕਰਮੰਦ ਨੇ। ਪੱਤਰ ਵਿੱਚ ਸ਼੍ਰੀ ਢੇਸੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜਦੋਂ ਆਪਣੀ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਮਿਲਣ ਤਾਂ ਉਹ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ। ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਹਨਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਜਨਵਰੀ ਵਿੱਚ ਹੋਣ ਵਾਲਾ ਦੌਰਾ ਰੱਦ ਹੋ ਗਿਆ ਹੈ, ਪਰ ਉਹ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਗੱਲਬਾਤ ਕਰਨ। ਤਨਮਨਜੀਤ ਸਿੰਘ ਢੇਸੀ ਨੇ ਕਿਹਾ, ਮੈਂ ਉਹਨਾਂ ਨੂੰ 100 ਤੋਂ ਵੱਧ ਸੰਸਦ ਮੈਂਬਰਾਂ ਤੇ ਲਾਡਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਾਰਤ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਅੰਦੋਲਨ ਨੂੰ ਤਵੱਜੋ ਦਿੰਦਿਆਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਤੇ ਹਸਤਾਖਰ ਕੀਤੇ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਨੂੰ ਲੰਘੀ 9 ਦਸੰਬਰ ਨੂੰ ਪਾਰਲੀਮੈਂਟ ਵਿੱਚ ਉਠਾਇਆ ਸੀ, ਜਦੋਂ ਉਹਨਾਂ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਸੀ, ਪਰ ਉਹ ਕਿਸਾਨਾਂ ਦੇ ਘੋਲ ਬਾਰੇ ਪੁੱਛੇ ਸਵਾਲ ਨੂੰ ਠੀਕ ਢੰਗ ਨਾਲ ਸਮਝ ਨਹੀਂ ਸਕੇ। ਉਹਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਇੰਗਲੈਂਡ ਵਿੱਚ ਵਸਦੇ ਪੰਜਾਬੀਆਂ ਦੇ ਅਹਿਸਾਸ ਨੂੰ ਸਮਝਣ ਤੇ ਮਨੁੱਖਤਾ ਦੇ ਆਧਾਰ ਤੇ ਸ਼੍ਰੀ ਮੋਦੀ ਨਾਲ ਗੱਲਬਾਤ ਕਰਨ ਤਾਂ ਜੋ ਰੋਸ ਪ੍ਰਗਟ ਕਰ ਰਹੇ ਕਿਸਾਨ ਸੁਖੀ ਸਾਂਦੀ ਆਪਣੇ ਘਰਾਂ ਨੂੰ ਪਰਤ ਸਕਣ। ਸ਼੍ਰੀ ਢੇਸੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਹਰੇਕ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣ ਦਾ ਹੱਕ ਹੈ। ਦਿੱਲੀ ਦੀਆਂ ਬਰੂਹਾਂ ਤੇ ਜਿਹੜੇ ਭਾਰਤੀ ਕਿਸਾਨ ਰੋਸ ਪ੍ਰਗਟਾਵਾ ਕਰ ਰਹੇ ਨੇ, ਉਹਨਾਂ ਦਾ ਸੰਬੰਧ ਦੁਨੀਆ ਭਰ ਵਿੱਚ ਵਸਦੇ ਭਾਰਤੀਆਂ ਨਾਲ ਵੀ ਹੈ। ਇਸ ਕਿਸਾਨੀ ਘੋਲ ਵਿੱਚ ਭਾਵੇਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਸੰਘਰਸ਼ ਕਰ ਰਹੇ ਨੇ, ਪਰ ਪੰਜਾਬ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਪੰਜਾਬੀਆਂ ਦਾ ਪਿਛੋਕੜ ਬਹੁਤਾ ਪਰਿਵਾਰਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇੰਗਲੈਂਡ ਵਿੱਚ ਰਹਿੰਦੇ ਨੇ, ਉਹ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹਨ। ਸ਼੍ਰੀ ਢੇਸੀ ਨੇ ਕਿਹਾ ਕਿ ਉਹ ਖੁਦ ਵੀ ਕਿਸਾਨੀ ਪਿਛੋਕੜ ਵਾਲੇ ਨੇ। ਉੱਤਰੀ ਕੋਰੀਆ ਦੇ ਸਰਵਉੱਚ ਨੇਤਾ ਕਿਮ ਯੋਂਗ ਉਨ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਅਮਰੀਕਾ ਨੂੰ ਉੱਤਰੀ ਕੋਰੀਆ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੰਦੇ ਹੋਏ ਪਰਮਾਣੂ ਹਥਿਆਰਾਂ ਦਾ ਜ਼ਖੀਰਾ ਵਧਾਉਣ ਦੀ ਧਮਕੀ ਦਿੱਤੀ। ਨਾਲ ਹੀ ਦੱਸਿਆ ਕਿ ਉਹਨਾਂ ਦਾ ਦੇਸ਼ ਕਈ ਉੱਨਤ ਹਥਿਆਰਾਂ ਦਾ ਵਿਕਾਸ ਕਰ ਰਿਹਾ ਹੈ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੋਰੀਆ ਸੈਂਟਰਲ ਨਿਊਜ਼ ਏਜੰਸੀ ਨੇ ਸ਼ਨੀਚਰਵਾਰ ਨੂੰ ਕਿਮ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਨਾਲ ਸੰਬੰਧ ਇਸ ਗੱਲ ਤੇ ਨਿਰਭਰ ਕਰੇਗਾ ਕਿ ਇਹ ਦੇਸ਼ ਉੱਤਰੀ ਕੋਰੀਆ ਨਾਲ ਦੁਸ਼ਮਣੀ ਰੱਖਣ ਦੀ ਆਪਣੀ ਨੀਤੀ ਨੂੰ ਬਦਲੇਗਾ ਜਾਂ ਨਹੀਂ। ਕਿਮ ਦਾ ਇਹ ਬਿਆਨ ਨਵੇਂ ਚੁਣੇ ਰਾਸ਼ਟਰਪਤੀ ਬਾਈਡਨ ਤੇ ਦਬਾਅ ਬਣਾਉਣ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਉਹਨਾਂ ਨੇ ਕਿਮ ਨੂੰ ਠੱਗਿਆ ਸੀ ਅਤੇ ਟਰੰਪ ਨਾਲ ਸਿਖਰ ਸੰਮੇਲਨ ਦੀ ਆਲੋਚਨਾ ਕੀਤੀ ਸੀ। ਟਰੰਪ ਅਤੇ ਕਿਮ ਵਿਚਕਾਰ ਸਾਲ 2018 ਅਤੇ 2019 ਵਿੱਚ ਪਰਮਾਣੂ ਵਾਰਤਾ ਹੋਈ ਸੀ, ਪਰੰਤੂ ਕੋਈ ਨਤੀਜਾ ਨਹੀਂ ਨਿਕਲਿਆ। ਕਿਮ ਨੇ ਸੱਤਾਧਾਰੀ ਵਰਕਰਸ ਪਾਰਟੀ ਦੇ ਸੰਮੇਲਨ ਵਿੱਚ ਕਿਹਾ ਕਿ ਜੇਕਰ ਵਾਸ਼ਿੰਗਟਨ ਦੀ ਗੱਲਬਾਤ ਤੇ ਤਿਆਰ ਹੁੰਦਾ ਹੈ ਤਾਂ ਉਹ ਵੀ ਰਾਜੀ ਹੈ, ਪਰੰਤੂ ਅਮਰੀਕੀ ਦੁਸ਼ਮਣੀ ਦਾ ਸਾਹਮਣਾ ਕਰਨ ਲਈ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰਾਂ ਦਾ ਜ਼ਖੀਰਾ ਵਧਾਉਣਾ ਚਾਹੀਦਾ ਹੈ। ਕਿਮ ਨੇ ਸੰਮੇਲਨ ਦੌਰਾਨ ਕਈ ਉੱਨਤ ਹਥਿਆਰਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਦੱਸਿਆ ਕਿ ਪਾਣੀ ਅੰਦਰ ਮਾਰ ਕਰਨ ਵਿੱਚ ਸਮਰੱਥ ਪਰਮਾਣੂ ਮਿਜ਼ਾਈਲਾਂ, ਕਈ ਹਥਿਆਰਾਂ ਨੂੰ ਲੈ ਜਾਣ ਵਾਲੀਆਂ ਮਿਜ਼ਾਈਲਾਂ ਤੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਨਾਲ ਹੀ ਜਾਸੂਸੀ ਸੈਟੇਲਾਈਟਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਕਿਮ ਨੇ 15,000 ਕਿਲੋਮੀਟਰ ਤੱਕ ਮਾਰਕ ਸਮਰੱਥਾ ਹਾਸਲ ਕਰਨ ਨੂੰ ਵੀ ਕਿਹਾ। 2018 ਦੀ ਇੱਕ ਰਿਪੋਰਟ ਵਿੱਚ ਦੱਖਣੀ ਕੋਰੀਆ ਨੇ ਦੱਸਿਆ ਸੀ ਕਿ ਉੱਤਰੀ ਕੋਰੀਆ ਕੋਲ 60 ਪਰਮਾਣੂ ਹਥਿਆਰ ਹੋਣ ਦਾ ਅਨੁਮਾਨ ਹੈ। ਭਾਰਤੀ ਮੂਲ ਦੀ ਰਿਪਬਲਿਕਨ ਨੇਤਾ ਨਿੱਕੀ ਹੈਲੀ ਨੇ ਸੰਸਦ ਤੇ ਹੋਏ ਹਮਲੇ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਦੀਆਂ ਟਿੱਪਣੀਆਂ ਨਾਲ ਸਮਰਥਕ ਹਮਲੇ ਲਈ ਭੜਕੇ ਸਨ। ਟਰੰਪ ਨੇ ਸਹੀ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਚੋਣ ਪਿੱਛੋਂ ਉਹਨਾਂ ਦੇ ਚਰਿੱਤਰ ਦੇ ਇਤਿਹਾਸ ਵਿੱਚ ਕਠੋਰਤਾ ਨਾਲ ਵਿਖਾਇਆ ਹੋਵੇਗੀ। ਹਿੱਲੀ ਨੇ ਰਿਪਬਲਿਕਨ ਨੈਸ਼ਨਲ ਕਮੇਟੀ ਨੇ ਸ਼ੁੱਕਰਵਾਰ ਨੂੰ ਫਲੋਰੀਡਾ ਵਿੱਚ ਹੋਈ ਬੈਠਕ 'ਚ ਕਿਹਾ, ਅਸੀਂ ਆਪਣੇ ਵੱਡੇ ਮਤਭੇਦਾਂ ਦੇ ਬਾਰੇ ਵਿੱਚ ਚਰਚਾ ਕਰ ਸਕਦੇ ਹਾਂ, ਪਰੰਤੂ ਸਾਨੂੰ ਅਮਰੀਕੀ ਜਨਤਾ ਨੂੰ ਇੱਕ ਦੂਜੇ ਖਿਲਾਫ ਕੜਾ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਰਿਪਬਲਿਕਨ ਪਾਰਟੀ ਨੂੰ ਅੱਗੇ ਦਾ ਰਸਤਾ ਵਿਖਾਉਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਰਹਿ ਚੁੱਕੀ 49 ਸਾਲਾਂ ਦੀ ਨਿੱਕੀ ਹੈਲੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਹਰ ਵਾਰ ਸਹੀ ਸ਼ਬਦਾਂ ਦੀ ਚੋਣ ਨਹੀਂ ਕੀਤੀ। ਚੋਣ ਦੇ ਦਿਨ ਤੋਂ ਉਹਨਾਂ ਦੇ ਚਰਿੱਤਰ ਦੀ ਇਤਿਹਾਸ ਸਖਤ ਵਿਖਾਇਆ ਕਰੇਗਾ। ਭਾਰਤੀ ਮੂਲ ਦੀ ਹੈਲੀ ਨੂੰ ਟਰੰਪ ਨੇ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਸੀ। ਉਹ ਇਸ ਅਹੁਦੇ ਤੇ 25 ਜਨਵਰੀ 2017 ਤੋਂ 31 ਦਸੰਬਰ 2018 ਤੱਕ ਰਹੀ। ਉਹ 12 ਜਨਵਰੀ 2011 ਤੋਂ ਲੈ ਕੇ 24 ਜਨਵਰੀ 2017 ਤੱਕ ਸਾਊਥ ਕੈਰੋਲੀਨਾ ਦੀ ਗਵਰਨਰ ਵੀ ਰਹਿ ਚੁੱਕੀ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਉਹ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ
ਪਲਟਦੇ ਹੋਏ ਇੱਕ ਇਮੀਗ੍ਰੇਸ਼ਨ ਸੰਬੰਧੀ ਬਿੱਲ ਲਿਆਉਣਗੇ। ਬਾਈਡਨ ਨੇ ਕਿਹਾ ਕਿ ਉਹ ਵਾਤਾਵਰਣ ਦੇ ਮੁੱਦਿਆਂ ਤੇ ਟਰੰਪ ਪ੍ਰਸ਼ਾਸਨ ਦੇ ਆਦੇਸ਼ਾਂ ਨੂੰ ਵੀ ਸਮੀਖਿਆ ਕਰਨਗੇ। ਬਾਈਡਨ ਵੀ ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਡੇਲਾਵੇਅਰ ਦੇ ਵਿਲਮਿੰਗਟਨ 'ਚ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਮੈਂ ਤੁਰੰਤ ਇਮੀਗ੍ਰੇਸ਼ਨ ਸੰਬੰਧੀ ਬਿੱਲ ਲਿਆਵਾਂਗਾ। ਜ਼ਿਕਰਯੋਗ ਹੈ ਕਿ ਟਰੰਪ ਦੁਆਰਾ H-1B ਵੀਜ਼ਾ ਸਮੇਤ ਦੂਜੇ ਵਰਕਰ ਵੀਜ਼ਿਆਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਏ ਜਾਣ ਨਾਲ ਭਾਰਤੀ IT ਮਾਹਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਬਾਅਦ ਸ਼੍ਰੀਵਿਜਯਾ ਏਅਰ ਦਾ ਜਹਾਜ਼ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ 62 ਯਾਤਰੀ ਸਵਾਰ ਸਨ। ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਦੀ ਖੋਜ ਲਈ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਜਹਾਜ਼ ਕ੍ਰੈਸ਼ ਹੋਣ ਤੋਂ ਇੱਕ ਦਿਨ ਬਾਅਦ ਇੰਡੋਨੇਸ਼ੀਆ ਬਚਾਅ ਦਲ ਨੇ ਜਾਵਾ ਸਾਗਰ ਵਿੱਚੋਂ ਸਰੀਰ ਤੇ ਕੱਪੜਿਆਂ ਦੇ ਟੁਕੜੇ ਕੱਢੇ ਨੇ। ਜਾਣਕਾਰੀ ਅਨੁਸਾਰ ਇਹ ਜਹਾਜ਼ ਰਾਜਧਾਨੀ ਜਕਾਰਤਾ ਤੋਂ ਪੋਂਡੀਆਨਕਾ ਜਾ ਰਿਹਾ ਸੀ। ਫਲਾਈਟ ਨੰਬਰ SJ-182 ਨੇ ਦੁਪਹਿਰ 1:55 ਤੇ ਉਡਾਣ ਭਰੀ ਸੀ ਅਤੇ ਦੁਪਹਿਰ 2:40 ਤੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ। ਸੂਤਰਾਂ ਅਨੁਸਾਰ ਬਚਾਅ ਟੀਮ ਨੂੰ ਸਮੁੰਦਰ ਵਿੱਚ ਮਲਬਾ ਮਿਲਿਆ ਹੈ। ਹਾਲਾਂਕਿ ਮਲਬਾ ਇੱਕ ਜਹਾਜ਼ ਦਾ ਹੈ, ਇਸ ਦਾ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਲੈ ਕੇ ਜਾ ਰਹੇ ਬੋਇੰਗ 737-500 ਜਹਾਜ਼ ਲਗਭਗ 27 ਸਾਲ ਪੁਰਾਣਾ ਸੀ। ਇਸ ਸੰਬੰਧੀ ਇੰਡੋਨੇਸ਼ੀਆ ਦੇ ਟਰਾਂਸਪੋਰਟ ਮੰਤਰੀ ਬੂਦੀ ਕਾਰਿਆ ਨੇ ਦੱਸਿਆ ਕਿ ਇਸ ਜਹਾਜ਼ ਵਿੱਚ 62 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 10 ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ 12 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਦੇਸ਼ ਦੀ ਖੋਜ ਅਤੇ ਬਚਾਅ ਏਜੰਸੀ ਬਸਾਰਨਸ ਦੇ ਮੁਖੀ ਬਾਗਸ ਪੁਰਹੀਤੋ ਨੇ ਦੱਸਿਆ ਕਿ ਲਗਭਗ 50 ਟੀਮਾਂ ਨੂੰ ਜਹਾਜ਼ ਸਰਚ ਅਭਿਆਨ ਵਿੱਚ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਇਸ ਸਥਿਤੀ ਦੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਤੇ ਉਡਾਣ ਨੂੰ ਲੈ ਕੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਇਸ ਦੌਰਾਨ ਸਥਾਨਕ ਮੀਡੀਆ ਨੇ ਜਕਾਰਤਾ ਦੇ ਉੱਤਰ ਵਿੱਚ ਮਛੇਰਿਆਂ ਦਾ ਹਵਾਲਾ ਦਿੰਦੇ ਹੋਏ ਜਹਾਜ਼ ਦਾ ਮਲਬਾ ਲੱਭਣ ਦਾ ਦਾਅਵਾ ਕੀਤਾ ਹੈ। UK ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਮਗਰੋਂ ਦੱਖਣੀ ਅਫਰੀਕਾ ਦੇ ਸਭ ਤੋਂ ਖਤਰਨਾਕ ਸਟ੍ਰੇਨ ਨੇ ਵੀ ਕੈਨੇਡਾ ਦਸਤਕ ਦਿੱਤੀ ਹੈ। ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਦੱਖਣੀ ਅਫਰੀਕੀ ਸਟ੍ਰੇਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਬ੍ਰਿਟੇਨ ਇਸ ਨੂੰ ਆਪਣੇ ਇੱਥੇ ਪਾਏ ਗਏ ਸਟ੍ਰੇਨ ਨਾਲੋਂ ਵੀ ਖਤਰਨਾਕ ਕਰਾਰ ਦੇ ਚੁੱਕਾ ਹੈ। ਸੂਬੇ ਦੀ ਚੀਫ ਮੈਡੀਕਲ ਅਫਸਰ ਡਾਕਟਰ ਡੀਨਾ ਹਿਨੋਸ਼ ਨੇ ਕਿਹਾ, ਹਾਲ ਹੀ ਵਿੱਚ ਯਾਤਰਾ ਕਰਕੇ ਪਰਤੇ ਇਸ ਸ਼ਖਸ ਦੀ ਪੁਸ਼ਟੀ ਹੋਈ ਹੈ। ਉਹਨਾਂ ਕਿ ਕੈਨੇਡਾ ਵਿੱਚ ਹੁਣ ਤੱਕ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੋ ਸਕਦਾ ਹੈ। ਹਿੰਸ਼ੋ ਨੇ ਕਿਹਾ ਕਿ ਵਿਅਕਤੀ ਨੇ ਖੁਦ ਨੂੰ ਹੋਰਾਂ ਨਾਲੋਂ ਇਕਾਂਤਵਾਸ ਕਰ ਲਿਆ ਹੈ। ਕੈਨੇਡਾ ਦੀ ਜਨਤਕ ਸਿਹਤ ਏਜੰਸੀ ਨੇ ਸ਼ੁੱਕਰਵਾਰ ਦੇਰ ਸ਼ਾਮ ਕਿਹਾ ਕਿ ਕੈਨੇਡਾ ਵਿੱਚ ਕੋਰੋਨਾ ਵਾਇਰਸ ਸਟ੍ਰੇਨ ਦੇ ਨਵੇਂ ਅਤੇ ਖਤਰਨਾਕ ਰੂਪ ਦਾ ਇਹ ਪਹਿਲਾ ਮਾਮਲਾ ਹੈ। ਉੱਥੇ ਹੀ ਮੈਡੀਕਲ ਅਫਸਰ ਡਾਕਟਰ ਡੀਨਾ ਹਿੰਸ਼ੋ ਨੇ ਕਿਹਾ ਕਿ ਹੁਣ ਤੱਕ ਇਹ ਨਹੀਂ ਪਤਾ ਕਿ ਜਿਸ ਵਿਅਕਤੀ ਵਿੱਚ ਇਸ ਦੀ ਪੁਸ਼ਟੀ ਹੋਈ ਹੈ ਉਸ ਤੋਂ ਇਹ ਹੋਰਾਂ ਵਿੱਚ ਵੀ ਫੈਲ ਚੁੱਕਾ ਹੈ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਅਲਬਰਟਾ ਵਿੱਚ ਇਸ ਮਾਮਲੇ ਦੀ ਮੌਜੂਦਗੀ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਨਵਾਂ ਕੋਰੋਨਾ ਵਾਇਰਸ ਸਟ੍ਰੇਨ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਾਂ। ਪਿਛਲੇ ਸਾਲ ਦੇ ਅਖੀਰ ਵਿੱਚ ਦੱਖਣੀ ਅਫਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦਾ ਨਵਾਂ ਜੈਨੇਟਿਕ ਪਰਿਵਰਤਨ ਦੇਸ਼ ਵਿੱਚ ਪਾਇਆ ਗਿਆ ਹੈ ਅਤੇ ਇਸ ਵਜ੍ਹਾ ਨਾਲ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਵਾਂ ਸਟ੍ਰੇਨ ਲਗਭਗ 70% ਵਧੇਰੇ ਛੂਤਕਾਰੀ ਹੈ। ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਆ ਕੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਓਪਨ ਵਰਕ ਪਰਮਿਟ ਧਾਰਕ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਿਨਾਂ ਕਿਸੇ ਵਿਸ਼ੇਸ਼ ਕਾਗਜ਼ੀ ਕਾਰਵਾਈ ਤੋਂ 1.5 ਸਾਲ ਮਿਆਦ ਦਾ ਓਪਨ ਵਰਕ ਪਰਮਿਟ ਅਪਲਾਈ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡਚੀਨੋ ਨੇ ਆਖਿਆ ਕਿ ਅਸੀਂ ਸਿਰਫ ਇਹ ਨਹੀਂ ਚਾਹੁੰਦੇ ਕਿ ਵਿਦੇਸ਼ਾਂ ਤੋਂ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨ ਆਉਣ, ਸਗੋਂ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਉਹ ਕੈਨੇਡਾ ਵਿੱਚ ਰਹਿਣ। ਨਵੇਂ ਨਿਯਮ ਅਨੁਸਾਰ ਇਸ ਸਾਲ ਦੀ 27 ਜਨਵਰੀ ਤੋਂ 27 ਜੁਲਾਈ ਦਰਮਿਆਨ ਨਵਾਂ 1.5 ਸਾਲ ਦੀ ਮਿਆਦ ਵਾਲਾ ਵਰਕ ਪਰਮਿਟ ਅਪਲਾਈ ਕੀਤਾ ਜਾ ਸਕੇਗਾ। ਅਪਲਾਈ ਕਰਨ ਸਮੇਂ ਅਰਜ਼ੀਕਰਤਾ ਕੈਨੇਡਾ ਵਿੱਚ ਮੌਜੂਦ ਹੋਣ ਅਤੇ ਇਸ ਵਾਸਤੇ ਇੱਕ ਖਾਸ ਸ਼ਰਤ ਇਹ ਵੀ ਹੈ ਕਿ ਅਰਜ਼ੀਕਰਤਾ ਦੇ ਮੌਜੂਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਮਿਆਦ 30 ਜਨਵਰੀ 2020 ਤੋਂ ਬਾਅਦ ਖਤਮ ਹੋਈ ਹੋਵੇ ਜਾਂ ਨਵਾਂ ਵਰਕ ਪਰਮਿਟ ਅਪਲਾਈ ਕਰਨ ਤੋਂ ਬਾਅਦ 4 ਮਹੀਨਿਆਂ ਅੰਦਰ ਮੁੱਕ ਜਾਣੀ ਹੋਵੇ। ਕੈਨੇਡਾ ਸਰਕਾਰ ਦਾ ਅੰਦਾਜ਼ਾ ਹੈ ਕਿ ਇਸ ਨਵੇਂ ਨਿਯਮ ਤੋਂ 52,000 ਦੇ ਕਰੀਬ ਵਿਦੇਸ਼ੀ ਮੁੰਡੇ ਕੁੜੀਆਂ ਫਾਇਦਾ ਉਠਾ ਸਕਣਗੇ। 2020 ਚ ਕੈਨੇਡਾ 'ਚ ਲਗਭਗ 61,000 ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਧਾਰਕ ਮੌਜੂਦ ਸਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਨੇ ਪੱਕੀ ਇਮੀਗ੍ਰੇਸ਼ਨ ਅਪਲਾਈ ਕੀਤੀ ਹੈ। ਉਹ ਪੱਕੇ ਹੋ ਚੁੱਕੇ ਨੇ। 2019 ਦੌਰਾਨ ਕੈਨੇਡਾ ਵਿੱਚ 58,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਪੱਕੀ ਇਮੀਗ੍ਰੇਸ਼ਨ ਮਿਲੀ ਸੀ। ਸਿਆਟਲ ਅਮਰੀਕਾ ਦੇ ਸਦਨ ਦੀ ਸਪੀਕਰ ਨੈਂਸੀ ਪੈਲੋਸੀ ਨੇ ਅਮਰੀਕਾ ਦੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਆਰਮੀ ਜਨਰਲ ਮਾਰਕ ਮਿਲੀ ਨਾਲ ਟਰੰਪ ਵੱਲੋਂ ਆਪਣੇ ਸਮਰਥਕਾਂ ਨੂੰ ਭੜਕਾ ਕੇ ਕੈਪੀਟਲ ਸੰਸਦ ਭਵਨ ਤੇ ਕਰਵਾਏ ਹਮਲੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਨੈਂਸੀ ਨੇ ਫੌਜ ਮੁਖੀ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਸਥਿਤੀ ਅਜੇ ਹੋਰ ਵੀ ਖਤਰਨਾਕ ਹੋ ਸਕਦੀ ਹੈ ਤੇ ਸਾਨੂੰ ਤੁਰੰਤ ਕੁਝ ਕਰਨਾ ਚਾਹੀਦਾ ਹੈ ਜੋ ਅਸੀਂ ਆਪਣੇ ਦੇਸ਼ ਅਤੇ ਲੋਕਤੰਤਰ ਉੱਤੇ ਅਮਰੀਕੀ ਲੋਕਾਂ ਦੇ ਅਸੰਤੁਲਿਤ ਹਮਲੇ ਤੋਂ ਬਚਾਉਣ ਲਈ ਕਰ ਸਕਦੇ ਹਾਂ। ਨੈਂਸੀ ਨੇ ਫੌਜ ਮੁਖੀ
ਕੋਲ ਵੀ ਇਹ ਚਿੰਤਾ ਜ਼ਾਹਿਰ ਕੀਤੀ ਕਿ ਰਾਸ਼ਟਰਪਤੀ ਨੂੰ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਕੀ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਕੋਲ ਕਿਸੇ ਦੂਜੀ ਵੋਟ ਦੇ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਆਦੇਸ਼ ਦੇਣ ਦਾ ਇਕਲੌਤਾ ਅਧਿਕਾਰ ਵੀ ਹੈ। ਮਾਰਕ ਮਿਲੀਏ ਨੇ ਨੈਂਸੀ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਕਿਹਾ ਕਿ ਅਗਰ ਰਾਸ਼ਟਰਪਤੀ ਪਰਮਾਣੂ ਹਥਿਆਰਾਂ ਦਾ ਕੋਈ ਗਲਤ ਆਦੇਸ਼ ਦਿੰਦੇ ਨੇ ਤਾਂ ਅਸੀਂ ਨਾ ਕਰ ਸਕਦੇ ਹਾਂ, ਇਹ ਅਧਿਕਾਰ ਹੈ। ਨੈਂਸੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਉਹ ਟਰੰਪ ਨੂੰ ਅਹੁਦੇ ਤੋਂ ਲਾਉਣ ਲਈ 25ਵੀਂ ਸੋਧ ਦੀ ਵਰਤੋਂ ਕਰਨਗੇ, ਪਰ ਅਸੀਂ ਮਾਈਕ ਪੈਂਸ ਤੋਂ ਜਲਦੀ ਹਾਂ ਪੱਕੀ ਜਵਾਬ ਦੀ ਉਮੀਦ ਕਰਦੇ ਹਾਂ ਕਿਉਂਕਿ ਟਰੰਪ ਬਗਾਵਤ ਤੇ ਉੱਤਰ ਆਏ ਨੇ। ਇਹ ਵੀ ਸੂਚਨਾਵਾਂ ਹਨ ਕਿ ਜੇਕਰ ਉਪ ਰਾਸ਼ਟਰਪਤੀ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸੋਮਵਾਰ ਤੋਂ ਬਾਅਦ ਦੋਵੇਂ ਸਦਨਾਂ ਦਾ ਸੈਸ਼ਨ ਬੁਲਾ ਕੇ ਟਰੰਪ ਨੂੰ ਅਹੁਦੇ ਤੋਂ ਉਤਾਰਨ ਲਈ VOTING ਵੀ ਹੋ ਸਕਦੀ ਹੈ। ਸੂਤਰਾਂ ਅਨੁਸਾਰ ਡੈਮੋਕ੍ਰੇਟਸ ਵੱਲੋਂ ਟਰੰਪ ਵਿਰੁੱਧ ਮਹਾਦੋਸ਼ ਲਾ ਕੇ ਅਹੁਦੇ ਹਟਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸਪੀਕਰ ਨੈਂਸੀ ਪੈਲੋਸੀ ਨੇ ਵਿਚਾਰ ਵਟਾਂਦਰੇ ਉਪਰੰਤ ਮਹਾਦੋਸ਼ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ। ਸਪੀਕਰ ਨੇ ਕਿਹਾ ਕਿ ਮੈਂਬਰਾਂ ਨੂੰ ਆਸ ਹੈ ਕਿ ਰਾਸ਼ਟਰਪਤੀ ਤੁਰੰਤ ਅਸਤੀਫਾ ਦੇ ਦੇਣਗੇ, ਪਰ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਮੈਂ ਨਿਯਮ ਸੰਬੰਧੀ ਕਮੇਟੀ ਨੂੰ ਮਹਾਦੋਸ਼ ਮਤਾ ਲਿਆਉਣ ਲਈ ਤਿਆਰ ਕਰਨ ਵਾਸਤੇ ਕਹਾਂਗੀ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ ਤੇ ਹੋਰ ਬਹੁਤ ਸਾਰੀਆਂ ਖਬਰਾਂ ਜਾਣਨ ਦੇ ਲਈ ਵੇਖਣ ਦੇ ਲਈ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।